ਰਾਜ ਸਭਾ ਵਿੱਚ ਪਾਸ ਹੋਣ ਤੋਂ ਮਗਰੋਂ ਮੁੜ ਲੋਕ ਸਭਾ ਵਿੱਚ ਬਿੱਲ ਨੂੰ ਪੇਸ਼ ਕੀਤਾ ਗਿਆ ਤੇ ਉੱਥੇ ਵੀ ਬਿੱਲ ਪਾਸ ਹੋ ਕੇ ਇਸ ਵੇਲੇ ਦੀ ਅਹਿਮ ਖਬਰ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰ ਅੱਤਵਾਦ ਤੋਂ ਮੁਕਤੀ ਪਾਉਣੀ ਬਹੁਤ ਜ਼ਰੂਰੀ ਹੈ ਤਾਂ ਹੀ ਦੇਸ਼ ਦਾ ਵਿਕਾਸ ਹੋ ਸਕਦਾ ਹੈ। ਬਹੁਤ ਘੱਟ ਅਜਿਹੇ ਕਾਨੂੰਨ ਹੁੰਦੇ ਨੇ ਜਿਸ ਦਾ ਫਾਇਦਾ ਬਹੁਤ ਸਾਰੇ ਖੇਤਰਾਂ ਨੂੰ ਹੋਵੇ, ਪਰ ਜੀਐਸਟੀ ਇੱਕ ਅਜਿਹਾ ਹੀ ਕਾਨੂੰਨ ਹੈ ਜਿਸ ਦਾ ਫਾਇਦਾ ਵੱਡੇ ਪੱਧਰ ਤੇ ਵੱਖੋ-ਵੱਖ ਖੇਤਰਾਂ ਨੂੰ ਹੋਏਗਾ। ਇੱਕ ਅਜਿਹਾ ਬਿੱਲ ਜਿਸ ਤੇ ਲਾਗੂ ਹੋਣ ਦੇ ਨਾਲ ਵਿਕਾਸ ਦਰ ਨੂੰ 2% ਦਾ ਉਛਾਲ ਮਿਲ ਸਕੇਗਾ। ਲੰਬੇ ਸਮੇਂ ਤੋਂ ਅਟਕਦਾ ਆ ਰਿਹਾ ਇਹ ਬਿੱਲ ਹੁਣ ਪਾਸ ਹੋ ਚੁੱਕਿਆ ਹੈ। ਕੁਝ ਤਜਵੀਜ਼ਾਂ ਤੋਂ ਬਾਅਦ ਇਸ ਬਿੱਲ ਨੂੰ ਆਖਿਰਕਾਰ ਮਨਜ਼ੂਰੀ ਮਿਲ ਹੀ ਗਈ। ਸਰਕਾਰ ਨੇ ਜੋ ਬਦਲਾਅ ਕੀਤਾ ਉਸ ਦੇ ਵਿੱਚ ਸੂਬਿਆਂ ਨੂੰ 1% ਵਾਧੂ ਕਰ ਲਗਾਉਣ ਦੀ ਤਜਵੀਜ਼ ਨੂੰ ਹਟਾਇਆ ਗਿਆ। ਜੀਐਸਟੀ ਲਾਗੂ ਹੋਣ ਤੇ ਪਹਿਲਾਂ 5 ਸਾਲਾਂ ਦੌਰਾਨ ਸੂਬਿਆਂ ਨੂੰ ਰੈਵਨਿਊ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਏਗੀ। ਬਿੱਲ ਦਾ ਲਾਹਾ ਵੱਡੇ ਪੱਧਰ ਤੇ ਹਰ ਕਿਸੇ ਨੂੰ ਮਿਲੇਗਾ। ਸੂਬਿਆਂ ਨੂੰ ਸਰਵਿਸ ਟੈਕਸ ਦੇ ਵਿੱਚ ਵੀ ਹਿੱਸੇਦਾਰੀ ਮਿਲੇਗੀ। ਪਹਿਲਾਂ ਅਜਿਹਾ ਨਹੀਂ ਹੁੰਦਾ ਸੀ, ਪਰ ਜੀਐਸਟੀ ਦੇ ਵਿੱਚ ਇਹ ਤਜਵੀਜ਼ ਕੀਤਾ ਗਿਆ। ਜੀਐਸਟੀ ਗੁੱਡਸ ਐਂਡ ਸਰਵਿਸ ਟੈਕਸ ਬਿੱਲ ਦਾ ਪਾਸ ਹੋਣਾ ਇੱਕ ਚੰਗਾ ਕਦਮ ਹੈ। ਪਿਛਲੇ ਸਾਲ ਤੋਂ ਹੀ ਇਹ ਬਿੱਲ ਪਾਸ ਹੋਣ ਦੀ ਸਿਆਸੀ ਲੜਾਈ ਨੂੰ ਲੜ ਰਿਹਾ ਸੀ, ਜੋ ਇਸ ਵਾਰ ਕਲੀਅਰ ਹੋ ਗਿਆ। ਲੋਕ ਸਭਾ ਵਿੱਚ ਇਹ ਬਿੱਲ ਤਾਂ ਪਹਿਲਾਂ ਹੀ ਪਾਸ ਹੋ ਚੁੱਕਿਆ ਸੀ, ਪਰ ਰਾਜ ਸਭਾ ਵਿੱਚ ਸਰਕਾਰ ਮਾਈਨੋਰਿਟੀ ਵਿੱਚ ਹੋਣ ਕਰਕੇ ਇਹ ਪਾਸ ਨਹੀਂ ਕਰਵਾ ਸਕੀ ਸੀ, ਜਿਸ ਤੋਂ ਬਾਅਦ ਸਰਕਾਰ ਨੇ ਵਿਰੋਧੀ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ, ਕਾਂਗਰਸ ਨੂੰ ਮਨਾਇਆ ਤੇ ਬਿੱਲ ਰਾਜ ਸਭਾ ਦੇ ਵਿੱਚ ਅਖੀਰ ਪਾਸ ਹੋ ਸਕਿਆ। ਪਰ ਹੁਣ ਇਸ ਨੂੰ ਲੋਕ ਸਭਾ ਵਿੱਚ ਦੁਬਾਰਾ ਪਾਸ ਕਰਨਾ ਲਾਜ਼ਮੀ ਸੀ, ਜਿਸ ਤੋਂ ਬਾਅਦ ਇਹ ਬਿੱਲ ਫਿਰ ਤੋਂ ਲੋਕ ਸਭਾ ਵਿੱਚ ਪੇਸ਼ ਹੋਇਆ। ਗੱਲ ਕਰਦੇ ਹਾਂ ਬਿੱਲ ਦੀ ਕਿ ਆਖਿਰ ਇਹ ਬਿੱਲ ਹੈ ਕੀ ਤੇ ਇਸ ਦਾ ਕੀ ਫਾਇਦਾ ਹੋਏਗਾ। ਗੁੱਡਸ ਐਂਡ ਸਰਵਿਸ ਟੈਕਸ ਬਿੱਲ ਰਾਹੀਂ ਸਿੱਧੇ ਤੌਰ ਤੇ ਟੈਕਸ ਇਕਸਾਰ ਹੋ ਸਕੇਗਾ, ਖੱਜਲ ਖੁਆਰੀ ਬਚੇਗੀ ਤੇ ਸਭ ਤੋਂ ਵੱਧ ਫਾਇਦੇ 'ਚ ਰਹਿਣਗੇ ਛੋਟੇ ਕਾਰੋਬਾਰੀ ਤੇ ਘਰ ਬੈਠੇ ਕੰਮ ਕਰਨ ਵਾਲੇ ਲੋਕ। ਕੰਮ ਆਨਲਾਈਨ ਹੋਏਗਾ ਤੇ ਥਾਂ-ਥਾਂ ਤੇ ਰੋਕੇ ਜਾਂਦੇ ਟਰੱਕਸ ਨੂੰ ਵੀ ਆਨਲਾਈਨ ਭਰਨਾ ਪਏਗਾ, ਦੱਸਣਾ ਪਏਗਾ ਕਿ ਕਿਸ ਨੇ ਰੋਕਿਆ, ਕਿੰਨੀ ਦੇਰ ਰੋਕਿਆ ਤੇ ਕੀ ਹਾਸਿਲ ਹੋਇਆ। ਅਰਥ ਵਿਵਸਥਾ ਤੇ ਤਾਂ ਇਸ ਦਾ ਸਕਾਰਾਤਮਕ ਅਸਰ ਪਏਗਾ ਹੀ, ਨਾਲ ਕੰਜ਼ਿਊਮਰ ਨੂੰ ਵੀ ਇਸ ਦਾ ਵੱਡਾ ਫਾਇਦਾ ਹੋਏਗਾ। ਦੱਸਦੇ ਹਾਂ ਕਿੰਨਾ ਅਸਰ ਤੁਹਾਡੀ ਜੇਬ ਤੇ ਪਏਗਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਟੋਮੋਬਾਈਲ ਦੀ। ਲਗਜ਼ਰੀ ਗੱਡੀਆਂ ਨੂੰ ਛੱਡ ਕੇ ਬਾਕੀ ਗੱਡੀਆਂ ਤੇ ਤੁਹਾਨੂੰ 30 ਤੋਂ 35% ਟੈਕਸ ਭਰਨਾ ਪੈਂਦਾ ਹੈ, ਪਰ ਹੁਣ ਜੀਐਸਟੀ ਬਿੱਲ ਦੇ ਨਾਲ ਇਹ ਟੈਕਸ 12 ਤੋਂ 15% ਤੱਕ ਪਹੁੰਚ ਜਾਏਗਾ। ਇਲੈਕਟ੍ਰੋਨਿਕ ਦੇ ਨਾਲ ਸੰਬੰਧਿਤ ਚੀਜ਼ਾਂ ਖਰੀਦਣ ਤੇ ਤੁਹਾਨੂੰ ਮੈਨੂਫੈਕਚਰਿੰਗ ਟੈਕਸ ਤੋਂ ਲੈ ਕੇ ਸਰਵਿਸ ਟੈਕਸ ਸਮੇਤ ਕਰੀਬ 20 ਤੋਂ 25% ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ, ਪਰ ਹੁਣ ਜੀਐਸਟੀ ਆਉਣ ਤੋਂ ਬਾਅਦ ਟੀਵੀ, ਫ੍ਰਿਜ, ਵਾਸ਼ਿੰਗ ਮਸ਼ੀਨ ਤੇ ਲੱਗਣ ਵਾਲੇ ਟੈਕਸ ਤੇ 8% ਤੱਕ ਦੀ ਕਮੀ ਆਏਗੀ। ਜੇਕਰ ਮੀਡੀਆ ਤੇ ਮਨੋਰੰਜਨ ਦੀ ਗੱਲ ਕੀਤੀ ਜਾਏ ਤਾਂ ਮੌਜੂਦਾ ਸਮੇਂ ਸਿਨੇਮਾ ਹਾਲ ਦੇ ਵਿੱਚ ਫਿਲਮ ਦੇਖਣ ਤੇ 27 ਤੋਂ 30% ਟੈਕਸ ਤੁਸੀਂ ਭਰਦੇ ਹੋ, ਪਰ ਜੀਐਸਟੀ ਤੋਂ ਬਾਅਦ ਇਹ ਟੈਕਸ 10 ਤੋਂ 12% ਤੱਕ ਆ ਜਾਏਗਾ। ਨਾਲ ਹੀ ਡੀਟੀਐਚ ਸੇਵਾਵਾਂ ਵੀ ਸਸਤੀਆਂ ਹੋ ਜਾਣਗੀਆਂ। ਕੋਈ ਵੀ ਨਵਾਂ ਬਿਜ਼ਨਸ ਸ਼ੁਰੂ ਕਰਨ ਦੇ ਲਈ ਸੇਲਸ ਟੈਕਸ ਵਿਭਾਗ ਤੋਂ ਵੈਟ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੁੰਦਾ ਹੈ, ਪਰ ਜੀਐਸਟੀ ਤੋਂ ਬਾਅਦ ਇਸ ਦੇ ਵਿੱਚ ਇਕਸਾਰਤਾ ਆਏਗੀ ਤੇ ਕੇਂਦਰੀ ਟੈਕਸ ਰਜਿਸਟ੍ਰੇਸ਼ਨ ਨਾਲ ਕਿਸੇ ਵੀ ਨਵੇਂ ਵਪਾਰ ਨੂੰ ਸ਼ੁਰੂ ਕਰਨਾ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਦਾ ਵਿਸਤਾਰ ਕਰਨਾ ਵੀ ਖਾਸਾ ਆਸਾਨ ਹੋ ਜਾਏਗਾ। ਜੀਐਸਟੀ ਲਾਗੂ ਹੋਣ ਨਾਲ ਕੰਪਨੀਆਂ ਦੇ ਝਮੇਲੇ ਤੇ ਖਰਚ ਵੀ ਘੱਟ ਹੋਣਗੇ। ਵਪਾਰੀ ਨੂੰ ਸਮਾਨ ਇੱਕ ਥਾਂ ਤੋਂ ਦੂਜੇ ਥਾਂ ਲਿਜਾਣ ਚ ਵਿੱਚ ਦਿੱਕਤ ਨਹੀਂ ਰਹੇਗੀ। ਵੱਖੋ-ਵੱਖ ਟੈਕਸ ਤੋਂ ਮੁਕਤੀ ਮਿਲੇਗੀ ਤੇ ਸਮਾਨ ਬਣਾਉਣ ਦੀ ਲਾਗਤ ਘਟੇਗੀ ਤੇ ਸਸਤੇ ਸਮਾਨ ਕੰਜ਼ਿਊਮਰ ਨੂੰ ਫਾਇਦਾ ਦੇਗਾ। ਜੀਐਸਟੀ ਤੋਂ ਬਾਅਦ ਟੈਕਸ ਢਾਂਚਾ ਇਕਸਾਰ ਹੋਏਗਾ, ਪੂਰੀ ਤਰ੍ਹਾਂ ਟ੍ਰਾਂਸਪੇਰੈਂਟ ਰਹੇਗਾ ਤੇ ਟੈਕਸ ਵਿਵਾਦ ਨਹੀਂ ਹੋਏਗਾ। ਟੈਕਸ ਕਾਨੂੰਨ ਤੇ ਟੈਕਸ ਰੈਗੂਲੇਟਰੀ ਦਾ ਝਮੇਲਾ ਵੀ ਨਹੀਂ ਹੋਏਗਾ। ਇਸ ਦੇ ਨਾਲ ਇੱਕ ਹੀ ਸੰਸਥਾ, ਕੰਪਨੀ, ਵਿਅਕਤੀ ਤੇ ਕਈ ਵਾਰ ਟੈਕਸ ਲਗਾਉਣ ਦੀ ਦਿੱਕਤ ਖਤਮ ਹੋ ਜਾਏਗੀ। ਕੁੱਲ ਮਿਲਾ ਕੇ ਆਮ ਆਦਮੀ, ਵਪਾਰੀ, ਕਾਰੋਬਾਰੀ, ਕੰਜ਼ਿਊਮਰ ਤੇ ਸਰਕਾਰ ਦੀ ਜ਼ਿੰਦਗੀ ਆਸਾਨ ਹੋ ਜਾਏਗੀ।